ਦਰਸ਼ਕੋ ਤੁਸੀਂ ਜਾਣਦੇ ਹੋ ਕਿ ਭਾਰਤ ਸਰਕਾਰ ਦੇ ਵੱਲੋਂ ਖੇਤੀਬਾੜੀ ਆਰਡੀਨੈਂਸ 2020 ਲਿਆਂਦਾ ਗਿਆ ਹੈ ਤੇ ਜਦੋਂ ਤੋਂ ਇਹ ਬਿੱਲ ਪਾਸ ਹੋਇਆ ਉਦੋਂ ਤੋਂ ਲੈ ਕੇ ਕਿਸਾਨਾਂ ਦੇ ਦਿਮਾਗ ਦੇ ਵਿੱਚ ਕੁਝ ਸ਼ੰਕਾਵਾਂ ਪੈਦਾ ਹੋਈਆਂ ਹਨ। ਇਹਨਾਂ ਸ਼ੰਕਾਵਾਂ ਨੂੰ ਦੂਰ ਕਰਨ ਦੇ ਲਈ ਅਸੀਂ ਕੁਝ ਉਪਰਾਲੇ ਕਰ ਰਹੇ ਹਾਂ ਤਾਂ ਕਿ ਲੋਕ ਅਸਲੀਅਤ ਜਾਣ ਸਕਣ ਕਿ ਖੇਤੀਬਾੜੀ ਆਰਡੀਨੈਂਸ ਬਿੱਲ ਹੈ ਕੀ। ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਅਮਰਜੀਤ ਸਿੰਘ ਜੀ ਗਰੇਵਾਲ ਸਾਹਿਬ ਦੇ ਨਾਲ। ਗਰੇਵਾਲ ਸਾਹਿਬ मैं ਤੁਹਾਡਾ ਸਵਾਗਤ करता ਹਾਂ। थैंक यू ਗਰੇਵਾਲ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਬਿੱਲ ਆਉਣ ਦੇ ਨਾਲ ਹੀ ਕਿਸਾਨਾਂ ਦੇ ਵਿੱਚ ਸ਼ੰਕਾ ਪੈਦਾ ਹੋ ਗਈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਲ ਸੀ ਕਿ ਜੇਕਰ ਇਹ ਖੇਤੀਬਾੜੀ ਆਰਡੀਨੈਂਸ ਬਿੱਲ ਆਇਆ ਤਾਂ MSP ਹੈ ਜਿਹੜੀ ਉਹ ਖਤਮ ਹੋ ਜਾਊਗੀ। MSP ਜੇ ਨਾ ਰਹੀ ਤਾਂ ਕਿਸਾਨ ਬਰਬਾਦ ਹੋ ਜਾਊਗਾ। जी सोडी साहब ये बड़ा ਕੰਪਲੈਕਸ ਮਸਲਾ ਹੈਗਾ ਇਸ ਸੈਂਸ ਦੇ ਵਿੱਚ ਕਿ ਹੁਣ ਤੱਕ ਪੰਜਾਬ ਦੇ ਸਾਰੇ ਜਿਹੜੇ ਇਕਨੋਮਿਸਟ ਨੇ ਜਾਂ ਪੰਜਾਬ ਦੇ ਜਿੰਨੇ ਬੁੱਧੀ ਮਾਨਸੀ ਲੋਕ ਤੇ ਜਿੰਨੇ ਵੀ ਸੋਸ਼ਲ ਐਕਟਿਵਿਸਟ ਸੀਗੇ ਸਭ ਦਾ ਇੱਕੋ ਹੀ ਐਮਫੈਸਿਸ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਕਣਕ ਝੋਨੇ ਦੀ ਰੋਟੇਸ਼ਨ ਆ ਜਾਂ ਜਿਹੜੀ ਝੋਨੇ ਦੀ ਕਾਸ਼ਤ ਆ ਇਹਨੇ ਪੰਜਾਬ ਦੇ ਵਾਤਾਵਰਨ ਨੂੰ, ਪੰਜਾਬ ਦੀਆਂ ਜ਼ਮੀਨਾਂ ਨੂੰ, ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਨੂੰ, ਇੱਥੋਂ ਤੱਕ ਕਿ ਪੰਜਾਬ ਦੇ ਵੈਲਿਊ ਸਿਸਟਮ ਨੂੰ ਵੀ ਬਹੁਤ ਬੁਰੀ ਤਰ੍ਹਾਂ ਨਾਲ ਵਿਗਾੜ ਦਿੱਤਾ ਤੇ ਉਹਨੂੰ ਤਬਾਹ ਕਰ ਦਿੱਤਾ। ਤੇ ਕਿਸੇ ਵੇਲੇ ਆਪਾਂ ਦੇਖਦੇ ਹਾਂ ਕਿ ਮੋਟਰਾਂ ਜਿਹੜੀਆਂ ਹੈਗੀਆਂ ਨੇ ਉੱਪਰ ਹੀ ਪਈਆਂ ਹੁੰਦੀਆਂ ਸੀ, ਹੌਲੀ ਹੌਲੀ ਉਹ ਖੂਹੀਆਂ ਪੱਟ ਕੇ ਨੀਚੇ ਜਾਣੀਆਂ ਸ਼ੁਰੂ ਹੋ ਗਈਆਂ। ਤੇ ਮਤਲਬ ਇਹ ਕਹਾਣੀ ਹੌਲੀ ਹੌਲੀ ਇਹ ਹੋਇਆ ਕਿ ਸਬਮਰਸੀਬਲ ਪੰਪ ਲੱਗਣੇ ਸ਼ੁਰੂ ਹੋਏ। ਹੁਣ ਸਬਮਰਸੀਬਲ ਪੰਪ ਵੀ ਮਤਲਬ ਛੱਡਦੇ ਜਾ ਰਹੇ ਨੇ ਆਪਣਾ। ਤੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਸਾਰਿਆਂ ਦਾ ਇਹੀ ਸੀ ਕਿ ਜੇ ਝੋਨਾ ਕੰਟੀਨਿਊ ਰਹਿੰਦਾ ਤਾਂ ਪੰਜਾਬ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਜਾਏਗਾ, ਤਬਾਹ ਹੋ ਜਾਏਗਾ। ਬਿਲਕੁਲ। ਪਰ ਹੁਣ ਅਚਾਨਕ ਜਦੋਂ ਇਹ ਆਰਡੀਨੈਂਸਸ ਆਏ ਨੇ ਤਾਂ ਲੋਕਾਂ ਨੇ ਹੋਰ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ। ਪਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਸੀ ਕਿ ਸਾਰੇ ਲੋਕ ਇਸੇ ਗੱਲ ਦੇ ਉੱਤੇ ਆ ਗਏ ਕਿ ਅਸੀਂ ਝੋਨੇ ਨੂੰ ਬਚਾਉਣਾ। ਇਹਦੇ ਪਿੱਛੇ ਕੀ ਕਹਾਣੀਆਂ ਇਹੀ ਮੈਨੂੰ ਲੱਗ ਰਿਹਾ ਕਿ ਕਿਉਂਕਿ ਝੋਨਾ ਇੱਕ ਇਹੋ ਜਿਹੀ ਫਸਲ ਆ ਜਿਹੜੀ ਫਸਲ ਕਿਸਾਨ ਨੂੰ ਵੱਧ ਤੋਂ ਵੱਧ ਮੁਨਾਫਾ ਦਿੰਦੀ ਹੈ ਇਸ ਵਕਤ। ਸੋ ਉਹਨਾਂ ਦਾ ਇਹ ਹੋ ਗਿਆ ਕਿ ਪੰਜਾਬ ਮਰਦਾ ਤਾਂ ਮਰੇ ਪਰ ਕਿਸਾਨ ਬਚੇ। ਸੋ ਇੱਕ ਐਸੀ ਸਥਿਤੀ ਆ ਜਿਹਦੇ ਵਿੱਚ ਕਿਸਾਨ ਨੂੰ ਬਚਾਉਣ ਲਈ ਝੋਨੇ ਦੀ ਕਾਸ਼ਤ ਨੂੰ ਕੰਟੀਨਿਊ ਕਰਨ ਦੀ ਸਾਰੇ ਪਾਸਿਆਂ ਤੋਂ, ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਜਾਂ ਸਾਰੀਆਂ ਕਿਸਾਨ ਜਥੇਬੰਦੀਆਂ ਤੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਕਿ ਝੋਨੇ ਨੂੰ ਬਚਾਈਏ ਤਾਂ ਕਿ ਕਿਸਾਨ ਬਚੇ। ਜੇ ਝੋਨੇ ਲੋਕ ਇਹ ਸਮਝਦੇ ਨੇ ਕਿਸਾਨ ਕਿ ਝੋਨਾ ਹੀ ਇੱਕ ਐਸੀ ਫਸਲ ਆ ਜਿਹੜੀ ਕਿਸਾਨ ਨੂੰ ਸਰਵਾਈਵ ਕਰਵਾ ਸਕਦੀ ਹੈ। ਪਰ ਦੇਖੋ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਗਲਤ ਆ, ਪਰ ਇੱਕ ਗੱਲ ਹੈ ਕਿ ਜਿਹੜੇ ਲੋਕ ਸੋਚਦੇ ਨੇ, ਜਿਹੜੇ ਲੋਕ ਇਕਨੋਮਿਸਟ ਨੇ, ਉਹਨਾਂ ਨੂੰ ਇੰਨੀ ਕੁ ਗੱਲ ਤਾਂ ਸੋਚਣੀ ਚਾਹੀਦੀ ਆ ਕਿ ਕੀ ਇਹਨਾਂ ਦੋਨਾਂ ਤੋਂ ਇਲਾਵਾ ਕੋਈ ਤੀਸਰਾ ਰਸਤਾ ਨਹੀਂ ਹੋ ਸਕਦਾ ਕਿ ਝੋਨੇ ਤੋਂ ਬਚਾਅ ਵੀ ਹੋ ਜਾਵੇ ਤੇ ਔਰ ਪੰਜਾਬ ਵੀ ਬਚ ਜਾਵੇ, ਕਿਸਾਨ ਵੀ ਬਚ ਜਾਵੇ। ਗਰੇਵਾਲ ਸਾਹਿਬ ਮੇਰਾ ਸਵਾਲ ਸੀ ਕਿ ਇਹ ਜਿਹੜਾ ਖੇਤੀ ਆਰਡੀਨੈਂਸ ਬਿੱਲ ਆਇਆ ਇਹਦੇ ਵਿੱਚ ਜਿਹੜੀ ਸ਼ੰਕਾ ਹੈ ਕਿ MSP ਖਤਮ ਹੋ ਗਈ। ਕੀ ਤੁਸੀਂ ਸੋਚਦੇ ਹੋ ਵੀ ਇਹ ਜਿਹੜੇ ਬਿੱਲ ਦੇ ਵਿੱਚ MSP ਖਤਮ ਹੋਈ ਹੈ ਕਿ ਨਹੀਂ ਹੋਈ? I don't think, ਮੇਰਾ ਨਹੀਂ ਖਿਆਲ। ਔਰ ਇਹ ਜਿਹੜਾ ਮਸਲਾ ਹੈਗਾ ਇਹ ਗੱਲ ਬਿਲਕੁਲ ਠੀਕ ਆ ਕਿ ਮਿਨੀਮਮ ਸਪੋਰਟ ਪ੍ਰਾਈਸ ਖਤਮ ਨਹੀਂ ਹੋਏਗੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਆਪਣਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵੀ ਚਲਾਉਣਾ ਤੇ ਜਿਹਦੇ ਲਈ ਹੁਣ ਇਸ ਵੇਲੇ ਦੀ ਅਸੀਂ ਦੇਖੀਏ ਕਿ ਸਾਰੇ ਅਨਾਜ ਭੰਡਾਰ ਖਾਲੀ ਪਏ ਨੇ ਤੇ ਜਿਹਦੇ ਲਈ ਜਿਹੜੀ ਜ਼ਰੂਰਤ ਆ ਪਰਚੇਜ਼ ਦੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਸ ਕਰਕੇ ਇਹ ਖਰੀਦ ਹੋਏਗੀ ਹਰ ਹਾਲਤ 'ਚ। ਔਰ ਨਾ ਹੀ ਮਤਲਬ ਮਿਨੀਮਮ ਸਪੋਰਟ ਪ੍ਰਾਈਸ ਮੇਰਾ ਖਿਆਲ ਹੈ ਖਤਮ ਹੋ ਰਹੀ ਹੈ। ਔਰ ਮੈਂ ਤਾਂ ਇੱਥੋਂ ਤੱਕ ਸੋਚਦਾ ਕਹਿ ਰਿਹਾ ਕਿ ਇਹ ਜਿਹੜੀਆਂ ਦੂਸਰੀਆਂ ਕ੍ਰੌਪਸ ਨੇ, ਅਦਰ ਕ੍ਰੌਪਸ, ਇਸ ਵੇਲੇ ਜਿਹੜੀ ਪੰਜਾਬ ਦੀ ਲੋੜ ਆ ਉਹ ਇਹ ਆ ਕਿ ਪੰਜਾਬ ਦੀ ਖੇਤੀਬਾੜੀ ਵਿੱਚ ਤੇ ਪੰਜਾਬ ਦੀ ਆਰਥਿਕਤਾ ਦੇ ਵਿੱਚ ਇੱਕ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਨਾ ਕੇਵਲ ਜਿਹੜੀਆਂ ਅਦਰ ਦੈਨ wheat rice ਜਿਹੜੀਆਂ ਕ੍ਰੌਪਸ ਨੇ ਇਹਨਾਂ ਤੇ ਹੀ MSP ਮਿਲੇ, ਸਗੋਂ ਅਦਰ ਕ੍ਰੌਪਸ ਜੇ ਉਹਨਾਂ ਦੇ ਉੱਤੇ ਮਿਲਣੀ ਸ਼ੁਰੂ ਹੋ ਜਾਵੇ ਤਾਂ ਲੋਕਾਂ ਦਾ ਇਸ ਜਿਹੜਾ ਕ੍ਰੌਪ ਰੋਟੇਸ਼ਨ ਆ ਇਹ ਤੋਂ ਖਹਿੜਾ ਛੁੱਟੇ ਤੇ ਲੋਕ ਪੰਜਾਬ ਵੀ ਬਚੇ ਤੇ ਪੰਜਾਬ ਦੇ ਕਿਸਾਨ ਵੀ ਬਚੇ। ਜੀ ਗਰੇਵਾਲ ਸਾਹਿਬ, ਅਸੀਂ ਜਿਸ ਤਰ੍ਹਾਂ ਦੇਖਦੇ ਹਾਂ ਕਿ ਮੈਂ ਆਰਡੀਨੈਂਸ ਪੜ੍ਹ ਰਿਹਾ ਸੀ, ਸਭ ਤੋਂ ਪਹਿਲਾਂ ਇਹ ਆਰਡੀਨੈਂਸ ਹੈ, ਪਹਿਲਾ ਆਰਡੀਨੈਂਸ ਹੈ
ਅਸੈਂਸ਼ੀਅਲ ਕਮੋਡਿਟੀਜ਼ ਜਿਹੜਾ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ। ਪਹਿਲਾਂ ਕਹਿੰਦੇ ਸੀ ਜੀ ਕਿ ਜ਼ਿਮੀਂਦਾਰ ਦਾ ਇੱਕ ਦਾਇਰਾ ਸੀ, ਉਹ ਆਪਣੇ ਸ਼ਹਿਰ ਤੋਂ ਬਾਹਰ ਫਸਲ ਨਹੀਂ ਲਿਜਾ ਸਕਦਾ ਸੀ, ਉਹਨੂੰ ਸਟੋਰੇਜ ਨਹੀਂ ਕਰ ਸਕਦਾ ਸੀ। ਹੁਣ ਉਹ ਬਹੁਤ ਸਾਰੀਆਂ ਸੋਧਾਂ ਜਿਹੜੀਆਂ ਕਰਕੇ ਇਹ ਐਕਟ ਨੂੰ ਇੱਕ ਤਰ੍ਹਾਂ ਦਾ ਸੁਖਾਵਾਂ ਬਣਾਇਆ ਗਿਆ। ਕੀ ਤੂੰ ਸੋਚਦੇ ਹੋ ਕਿ ਜਿਹੜੀ ਇਹ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਕਿ ਇਹ ਕਿਸਾਨ ਦੇ ਹਿੱਤ ਵਿੱਚ ਨਹੀਂ ਜਾਊਗੀ? ਦੇਖੋ, ਦੋ ਕਿਸਮ ਦੇ ਸਿਸਟਮ ਹੈਗੇ ਨੇ। ਆਪਾਂ ਜੇ ਆਪਾਂ ਸਮੁੱਚੇ ਤੌਰ ਤੇ ਜਿਹੜੀ ਇਹ ਚੇਂਜ ਆਈ ਹੈ, ਇਹ ਕੀ ਹੈ? ਜੀ ਪਹਿਲਾਂ ਅਸੀਂ ਇੱਕ ਖਾਸ ਕਿਸਮ ਦੇ ਸਟੇਟ ਆਰਗੇਨਾਈਜ਼ਡ ਜਿਹੜਾ ਸੈਕਟਰ ਸੀਗਾ, ਜਿਹੜਾ ਉਹਦੇ ਵਿੱਚ ਚੱਲ ਰਹੇ ਸੀ ਕਿ ਸਟੇਟ ਸਾਰੀਆਂ ਜਿਹੜੀ ਗ੍ਰੇਨ ਦੀ ਜਾਂ ਸਾਰੀਆਂ ਮਤਲਬ ਫੂਡ ਦੀ ਹੈਂਡਲਿੰਗ ਕਰਦੀ ਸੀ, ਸਾਰੀ ਦੀ ਸਾਰੀ। ਤੇ ਜੀ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਰਪਸ਼ਨ ਅਸੀਂ ਆਮ ਹੀ ਦੇਖਦੇ ਸੀ। ਜੀ ਜਦੋਂ ਵੀ ਕੋਈ ਗੱਲ, ਹਰ ਕੋਈ ਵੀ ਸਟੈਪ ਐਸਾ ਨਹੀਂ ਸੀ ਜਿੱਥੇ ਵੱਡੇ ਪੱਧਰ ਦੇ ਉੱਤੇ ਕਰਪਸ਼ਨ ਨਹੀਂ ਸੀ ਹੁੰਦੀ। ਔਰ ਉਸ ਕਰਪਸ਼ਨ ਦੇ ਨਾਲ ਜਿਹੜੀ ਕਿਸਾਨ ਫੂਡ ਚੇਨ ਦੇ ਵਿੱਚ ਜਿਹੜਾ ਕਰਪਸ਼ਨ, ਜਿਹੜਾ ਕਿਸਾਨ ਦਾ ਸ਼ੇਅਰ ਉਹ ਬਹੁਤ ਥੱਲੇ ਚਲਿਆ ਜਾਂਦਾ ਸੀ। ਜੀ ਤੇ ਜਿਹਦੇ ਨਾਲ ਜਿਹੜਾ ਕੰਜ਼ੂਮਰ ਆ ਉਹਨੂੰ ਵੀ ਬਹੁਤ ਵੱਡਾ ਲਾਸ ਹੁੰਦਾ ਸੀ। ਹੁਣ ਜਿਹੜੇ ਇਹ ਨਵੇਂ ਕਾਨੂੰਨ ਆਏ ਨੇ, ਮੈਂ ਸਮਝਦਾ ਕਿ ਇਹਨਾਂ ਦੇ ਨਾਲ ਜਿਹੜੀ ਫੂਡ ਚੇਨ ਹੈ, ਜਿਹੜੀ ਟੋਟਲ, ਜੀ ਉਹਦੇ ਵਿੱਚ ਕਿਸਾਨ ਦੇ ਮਤਲਬ ਜਿਹੜਾ ਹਿੱਸਾ, ਉਹਦੇ ਵਧਣ ਦੇ ਬਹੁਤ ਸਾਰੇ ਚਾਂਸਸ ਦਿਖਾਈ ਦੇ ਰਹੇ ਨੇ। ਜੀ ਹੁਣ ਦੇਖੋ, ਮੈਂ ਇੱਕ ਗੱਲ ਮਤਲਬ ਬਹੁਤ ਸਮਝਦਾ ਕਿ ਜੇ ਅਸੀਂ ਇਹ ਸੋਚਦੇ ਹਾਂ ਕਿ ਕਿਸਾਨ ਦੀ ਆਮਦਨ ਵਧਾਉਣੀ ਆ, ਪਿੰਡ ਜੀ ਨੂੰ ਬਚਾਉਣਾ ਜਾਂ ਪੰਜਾਬ ਨੂੰ ਬਚਾਉਣਾ, ਤਾਂ ਇਹ ਜਿਹੜੇ ਨਵੇਂ ਕਾਨੂੰਨ ਨੇ ਇਹ ਕੋਈ ਰੁਕਾਵਟ ਨਹੀਂ ਬਣ ਰਹੇ, ਸਗੋਂ ਜੀ ਹੈਲਪ ਕਰਨਗੇ ਇਸ ਸੈਂਸ ਦੇ ਵਿੱਚ ਕਿ ਜੇ ਪੰਜਾਬ ਦਾ ਹਰ ਪਿੰਡ ਆਪਣੇ ਪੱਧਰ ਦੇ ਉੱਤੇ ਜੋ ਕੁਝ ਵੀ ਉਗਾਉਂਦਾ, ਉਹ ਸਰਟਨਲੀ ਉਹ ਚੀਜ਼ਾਂ ਉਗਾਏਗਾ ਜਿਨ੍ਹਾਂ ਨੂੰ ਪ੍ਰੋਸੈਸ ਕਰਕੇ ਬਾਹਰ ਭੇਜਿਆ ਜਾ ਸਕੇ। ਜੇ ਬਿਲਕੁਲ ਇਹ ਤੈਅ ਕਰ ਲੈਣ ਕਿ ਅਸੀਂ ਕੋਈ ਵੀ ਚੀਜ਼ ਪਿੰਡ ਦੇ ਵਿੱਚੋਂ ਅਨਪ੍ਰੋਸੈਸਡ ਬਾਹਰ ਨਹੀਂ ਭੇਜਣੀ, ਤਾਂ ਉਸ ਕਿਸਮ ਦੀ ਟੈਕਨੋਲੋਜੀ ਸਾਰੀ ਅਵੇਲੇਬਲ ਆ। ਈਵਨ ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਪ੍ਰੋਸੈਸਿੰਗ ਦੇ ਮਹਿਕਮੇ ਨੇ, ਉਹਨਾਂ ਦੇ ਵਿੱਚ ਸਾਰੀ ਟੈਕਨੋਲੋਜੀ ਅਵੇਲੇਬਲ ਆ ਕਿ ਬਹੁਤ ਛੋਟੇ ਪੱਧਰ ਤੇ, ਪਰਿਵਾਰ ਦੇ ਪੱਧਰ ਤੇ ਜਾਂ ਪਿੰਡ ਦੇ ਪੱਧਰ ਦੇ ਉੱਤੇ ਜਿਹੜੀ ਵੀ ਪ੍ਰੋਡਿਊਸ ਪੈਦਾ ਹੁੰਦੀ ਆ, ਉਹਦੀ ਪ੍ਰੋਸੈਸਿੰਗ ਕਰਕੇ ਉਹਨੂੰ ਮਾਰਕੀਟ ਦੇ ਵਿੱਚ, ਮਤਲਬ ਚਾਹੇ ਉਹ ਮਾਰਕੀਟ ਪੰਜਾਬ ਦੀ ਆ, ਚਾਹੇ ਹਿੰਦੁਸਤਾਨ ਦੀ ਟੋਟਲ ਆ, ਤੇ ਚਾਹੇ ਉਹ ਗਲੋਬਲ ਮਾਰਕੀਟ ਆ, ਉੱਥੇ ਉਹਨੂੰ ਮਤਲਬ ਭੇਜਿਆ ਜਾ ਸਕਦਾ। ਜਿਵੇਂ ਫੋਰ ਜੀ ਐਗਜ਼ਾਮਪਲ ਜੀ ਇਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਵੇਂ ਫੈਬ ਇੰਡੀਆ, ਜੀ ਫੈਬ ਇੰਡੀਆ ਦੀ ਤਰ੍ਹਾਂ ਪੰਜਾਬ ਦੀ ਜਿਹੜੀਆਂ ਡਿਫਰੈਂਟ ਪ੍ਰੋਡਿਊਸਰਸ ਨੇ, ਉਹਨਾਂ ਦੇ ਬਹੁਤ ਸਾਰੇ ਬ੍ਰਾਂਡ ਡਿਵੈਲਪ ਹੋ ਸਕਦੇ ਨੇ, ਜਿਹਦੇ ਨਾਲ ਕਿਸਾਨਾਂ ਦੀ, ਪਿੰਡ ਦੀ ਤੇ ਪੰਜਾਬ ਦੀਆਂ ਜਿਹੜੀਆਂ ਆਮਦਨੀਆਂ ਨੇ ਉਹ ਬਹੁਤ ਵੱਧ ਸਕਦੀਆਂ ਨੇ। ਜੀ ਮੈਂ ਸਮਝਦਾ ਇਹਨਾਂ ਕਾਨੂੰਨਾਂ ਨੇ ਇਸ ਕਿਸਮ ਦੀ ਪ੍ਰੋਵੀਜ਼ਨ ਦੇ ਦਿੱਤੀ। ਕਹਿ ਸਕਦੇ ਹਾਂ ਕਿ ਕਿਸਾਨ ਜੇ ਉੱਦਮ ਕਰਦਾ ਹੈ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਉਦਯੋਗ ਹੈ, ਘਰੇਲੂ ਉਦਯੋਗ ਹੈ ਜਾਂ ਘਰੇਲੂ ਉਤਪਾਦ ਹੈ, ਉਹਨਾਂ ਨੂੰ ਅਸੀਂ ਬੜਾਵਾ ਦੇ ਸਕਦੇ ਹਾਂ। ਬਹੁਤ ਬੜਾਵਾ ਦੇ ਸਕਦੇ ਆ। ਇਹਨਾਂ ਜੀ ਨੂੰ ਆਰਗੇਨਾਈਜ਼ ਕਰਨ ਦੀ ਜ਼ਰੂਰਤ ਹੈਗੀ ਹੈ ਇਸ ਵੇਲੇ। ਇਹਦੇ ਨਾਲ ਡਾਈਵਰਸਿਫਿਕੇਸ਼ਨ ਵੀ ਆਏਗੀ। ਸਿਰਫ ਮਤਲਬ ਡਾਈਵਰਸਿਫਿਕੇਸ਼ਨ ਐਗਰੀਕਲਚਰ ਦੇ ਵਿੱਚ ਹੀ ਨਹੀਂ ਆਏਗੀ, ਜੀ ਡਾਈਵਰਸਿਫਿਕੇਸ਼ਨ ਟੋਟਲ ਇਕਨੋਮੀ ਦੇ ਵਿੱਚ ਵੀ ਆਏਗੀ, ਜਿਹਦੇ ਵਿੱਚ ਪ੍ਰੋਸੈਸਿੰਗ ਵਗੈਰਾ ਦੀ ਜਿਹੜੀ ਇੰਡਸਟਰੀ ਆ ਉਹਦੀ, ਤੇ ਹੋਰ ਮਾਰਕੀਟਿੰਗ ਦੇ ਨਾਲ ਸੰਬੰਧਿਤ। ਔਰ ਪਿੰਡ ਦੇ ਵਿੱਚ ਬਹੁਤ ਔਰਤਾਂ ਵੀ ਵਿਹਲੀਆਂ ਬੈਠੀਆਂ ਨੇ, ਜੀ ਪਿੰਡ ਦੇ ਵਿੱਚ ਯੂਥ ਵੀ ਵਿਹਲੀ ਬੈਠੀ ਆ, ਉਹ ਸਾਰੀ ਕੰਮ ਦੇ ਉੱਤੇ ਲੱਗ ਸਕਦੀ। ਜੀ ਗਰੇਵਾਲ ਸਾਹਿਬ, ਜੇਕਰ ਮੈਂ ਦੂਸਰਾ ਦੇਖਾਂ ਕਿ ਦੂਸਰਾ ਆਰਡੀਨੈਂਸ ਹੈ ਕੰਟਰੈਕਟ ਫਾਰਮਿੰਗ ਬਾਰੇ। ਕੰਟਰੈਕਟ ਫਾਰਮਿੰਗ ਬਾਰੇ ਉਹਨਾਂ ਨੇ ਇਸ ਕਾਨੂੰਨ ਦੇ ਤਹਿਤ ਜਿਹੜਾ ਕੰਪਨੀਆਂ ਨੂੰ ਤੇ ਜ਼ਿਮੀਂਦਾਰ ਨੂੰ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਂਦਾ ਹੈ ਕਿ ਉਹ ਜੇ ਕੰਟਰੈਕਟ ਕਰਨਗੇ ਤਾਂ ਜਿਸ ਤਰ੍ਹਾਂ ਆਰਡੀਨੈਂਸ ਕਹਿੰਦਾ ਕਿ ਮਿਨੀਮਮ 1 ਸਾਲ ਤੇ ਮੈਕਸਿਮਮ 5 ਸਾਲ ਦਾ ਆਰਡੀਨੈਂਸ ਕੰਟਰੈਕਟ ਕਰ ਸਕਦੇ ਆ। ਇਸ ਦੇ ਦੌਰਾਨ ਹੀ ਜਿਹੜਾ ਉਹ ਜੇ ਕੋਈ ਠੇਕੇਦਾਰ ਠੇਕੇ ਤੇ ਜ਼ਮੀਨ ਲੈਂਦਾ ਹੈ ਤਾਂ ਉਹ ਮਾਲਕੀ ਜ਼ਿਮੀਂਦਾਰ ਦੀ ਰਹੂਗੀ, ਗਰਦੌਰੀਆਂ ਨਹੀਂ ਬਦਲੀਆਂ ਜਾ ਸਕਦੀਆਂ। ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਪ੍ਰੋਵੀਜ਼ਨ ਜਿਹੜਾ ਉਹ ਕੀਤਾ ਗਿਆ। ਤੇ ਕੀ ਤੂੰ ਸੋਚਦੇ ਹੋ ਕਿ ਜੇ ਫਾਰਮਰ ਦੇ ਨਾਲ ਕੰਪਨੀਆਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਇੱਕ ਤਰ੍ਹਾਂ ਦਾ ਕੰਟਰੈਕਟ ਹੁੰਦਾ ਹੈ ਤਾਂ ਜ਼ਿਮੀਂਦਾਰ ਨੂੰ ਇਹਦੀ ਬਹੁਤ ਵੱਡੀ ਸਹੂਲਤ ਮਿਲੂਗੀ, ਤਕਨੀਕੀ ਸੇਧ ਮਿਲੂਗੀ? ਦੇਖੋ, ਕੁਝ ਲੋਕਾਂ ਦੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ, ਉਹਨਾਂ ਦੇ ਪਰਸਨਲ ਐਕਸਪੀਰੀਐਂਸਸ ਕੁਝ ਠੀਕ ਨਹੀਂ ਰਹੇ ਜੀ ਕਿ ਕੰਟੈਕਟ ਫਾਰਮਿੰਗ ਦੇ ਸੰਬੰਧ ਦੇ ਵਿੱਚ। ਜੀ ਪਰ ਤੁਸੀਂ ਇੱਕ ਗੱਲ ਦੇਖੋ, ਜਦੋਂ ਪੰਜਾਬ ਬਹੁਤ ਕ੍ਰਾਈਸਿਸ ਦੇ ਵਿੱਚ ਸੀ ਇੱਕ ਟਾਈਮ ਦੇ ਉੱਤੇ, ਤੇ ਪੰਜਾਬ ਦੇ ਵਿੱਚ ਬਹੁਤ ਪੰਜਾਬੀ ਫਾਰਮਰਸ ਨੇ, ਔਰ ਪੰਜਾਬ ਦੇ ਹਿੱਤਾਂ ਨੂੰ ਜਿਹੜੀਆਂ ਧਿਰਾਂ ਦੇਖ ਰਹੀਆਂ ਸੀ, ਉਹਨਾਂ ਨੇ ਬਹੁਤ ਰੌਲਾ ਪਾਇਆ, ਜਿਹਦੇ ਵਿੱਚੋਂ ਕੰਟੈਕਟ ਫਾਰਮਿੰਗ ਦੇ ਪ੍ਰੋਸੈਸ ਨੂੰ ਤੋੜਨ ਲਈ ਪੈਪਸੀ ਦੇ ਨਾਲ ਸਮਝੌਤਾ ਕੀਤਾ ਗਿਆ ਸੀ। ਜੀ ਪੈਪਸੀ ਨੂੰ ਹਿੰਦੁਸਤਾਨ ਦੇ ਵਿੱਚ
ਐਂਟਰੀ ਦਿੱਤੀ ਗਈ ਸੀ ਤਾਂ ਕਿ ਉਹ ਫਾਰਮਰਸ ਦੀਆਂ ਮਤਲਬ ਜਿਹੜੀਆਂ ਦੀ ਪ੍ਰੋਡਿਊਸ ਆ ਉਹਦੀ ਪ੍ਰੋਸੈਸਿੰਗ ਕਰ ਸਕੇ। ਤੇ ਇਸ ਕਿਸਮ ਦੀ ਇੱਕ ਵੇਲੇ ਤਾਂ ਅਸੀਂ ਇਸ ਚੀਜ਼ ਨੂੰ ਡਿਮਾਂਡ ਕਰਦੇ ਹਾਂ, ਇਨਵਾਈਟ ਜੀ ਕਰਦੇ ਹਾਂ, ਔਰ ਜੀ ਜਿਹੜੀਆਂ ਮਲਟੀਨੈਸ਼ਨਲ ਕੰਪਨੀ ਨੂੰ ਇੱਥੇ ਲੈ ਕੇ ਆਉਂਦੇ ਹਾਂ ਤਾਂ ਕਿ ਇਸ ਪ੍ਰੋਸੈਸ ਨੂੰ ਸ਼ੁਰੂ ਕੀਤਾ ਜਾ ਸਕੇ। ਹੁਣ ਇਹਦੇ ਵਿੱਚ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਇਹ ਨਹੀਂ ਮੈਂ ਮਤਲਬ ਫਾਰਮਰਸ ਨੂੰ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ। ਇਹ ਇੱਕ ਮੈਂ ਸਮਝਦਾ ਕਿ ਇਹ ਸਾਰੇ ਪ੍ਰੋਸੈਸ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਇਹ ਕਾਨੂੰਨ ਜਦੋਂ ਉਹਨਾਂ ਨੇ ਲਾਗੂ ਕੀਤੇ ਨੇ, ਜਦੋਂ ਉਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ, ਤਾਂ ਜੀ ਉਹ ਲੋਕਾਂ ਨੂੰ ਐਜੂਕੇਟ ਨਹੀਂ ਕਰ ਪਾਏ ਕਿ ਇਹਨਾਂ ਬਿਲਕੁਲ ਦਾ ਮਹੱਤਵ ਆ ਜਿਹੜਾ ਉਹ ਲੋਕਾਂ ਨੂੰ ਦੱਸ ਨਹੀਂ ਸਕੇ ਕਿ ਕਿਸ ਤਰ੍ਹਾਂ ਨਾਲ ਇਹ ਕਿਸਾਨੀ ਲਈ ਹੈਲਪਫੁਲ ਹੋਣਗੇ। ਮੈਂ ਸਮਝਦਾ ਕਿ ਇਸ ਲੈਵਲ ਦੇ ਉੱਤੇ ਬੜੀ ਵੱਡੀ ਫੇਲਿਅਰ ਹੋਈ ਹੈ। ਇਹਦਾ ਕਾਰਨ ਕਈ ਕਾਰਨ ਹੋ ਸਕਦੇ ਨੇ, ਪੋਲੀਟੀਕਲ ਕਾਰਨ ਵੀ ਹੋ ਸਕਦੇ ਨੇ, ਇਹਨਾਂ ਦਾ ਮਤਲਬ ਇਨਐਫੀਸ਼ੀਐਂਸੀ ਵੀ ਹੋ ਸਕਦੀ ਹੈ ਇਸ ਗੱਲ ਲਈ ਕਿ ਅਸੀਂ ਫਾਰਮਰਸ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਦੱਸ ਸਕੇ। ਜੀ ਸੋ ਮੈਂ ਸਮਝਦਾ ਕਿ ਇਹ ਜਿਹੜੀ ਇਹਦੇ ਨਾਲ ਜਿਹੜੀ ਕੰਟੈਕਟ, ਮੰਨ ਲਓ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਤੁਸੀਂ ਜੀ ਖੇਤੀ ਕਰਦੇ ਹੋ, ਜੇ ਕੋਈ ਕੰਪਨੀ ਤੁਹਾਨੂੰ ਕਹੇ ਕਿ ਮੈਂ ਤੁਹਾਨੂੰ 2 ਲੱਖ ਰੁਪਇਆ ਦੀ ਠੇਕੇ ਦਾ ਦਿੰਨਾ, ਜੀ ਕੰਟਰੈਕਟ ਫਾਰਮਿੰਗ ਤੇ ਦਿੰਨਾ, ਕਿ ਤੁਸੀਂ ਆਪਣੀ ਜ਼ਮੀਨ ਠੇਕੇ ਤੇ ਨਹੀਂ ਦਓਗੇ ਉਹਨਾਂ ਨੂੰ? ਬਿਲਕੁਲ ਦਊਂਗਾ ਬਿਲਕੁਲ ਦਵਾਂਗੇ। ਜੀ। ਹਾਂਜੀ। ਸੋ ਮਤਲਬ ਇਹ ਸਾਰੀ ਚੀਜ਼ ਨੂੰ ਮਤਲਬ ਪਤਾ ਨਹੀਂ ਕਿਉਂ ਸਮਹਾਉ ਇਹਨੂੰ ਅੰਡਰਸਟੈਂਡ ਨਹੀਂ ਕੀਤਾ ਜਾ ਰਿਹਾ, ਮੇਰੇ ਅੰਡਰਸਟੈਂਡ ਵਾਸਤੇ ਨਹੀਂ ਇੱਕ ਕੀਤਾ ਬੜੀ ਰਿਹਾ। ਵੱਡੀ ਸ਼ੰਕਾ ਜਿਹੜੀ ਜ਼ਿਮੀਂਦਾਰ ਦੇ ਦਿਮਾਗ ਦੇ ਵਿੱਚ ਜਿਹੜੀ ਪਾਈ ਗਈ ਹੈ, ਜਿੱਦਾਂ ਹਾਲਾਂਕਿ ਜੀ ਜੇਕਰ ਉਹ ਕਾਨੂੰਨ ਪੜ੍ਹੇ ਤਾਂ ਕਾਨੂੰਨ ਦੇ ਵਿੱਚ ਬਹੁਤ ਸਾਰਾ ਉਸ ਤਰ੍ਹਾਂ ਉਹਨੂੰ ਲਿਮਟ ਦੇ ਵਿੱਚ ਲਿਆਂਦਾ ਗਿਆ। ਜ਼ਿਮੀਂਦਾਰ ਦਾ ਕਹਿਣਾ ਹੈ ਕਿ ਜੇ ਮੈਂ ਵੱਡੀ ਕੰਪਨੀ ਨੂੰ ਜ਼ਮੀਨ ਦੇਤੀ ਤੇ ਕੱਲ ਨੂੰ ਮੇਰੀ ਜ਼ਮੀਨ ਤੇ ਕਾਬਜ਼ ਹੋ ਜਾਊਗਾ। ਆਈ ਡੋਂਟ ਥਿੰਕ ਇਹ ਜਿਹੀ ਕੋਈ ਗੱਲ ਆ। ਜੀ ਤੇ ਇਹੀ ਹੈ ਨਾ, ਇਹ ਜਿਹੜੇ ਭਰਮ ਪੈਦਾ ਕੀਤੇ ਗਏ ਨੇ ਇਹਨਾਂ ਨੂੰ ਕੌਣ ਦੂਰ ਕਰੇਗਾ? ਜੀ ਹਾਂ, ਇਹ ਗਵਰਨਮੈਂਟ ਦੀ ਡਿਊਟੀ ਆ। ਮਤਲਬ ਮੈਂ ਸਮਝਦਾ ਕਿ ਇਹਦਾ ਕਾਰਨ ਇਹ ਵੀ ਹੋ ਸਕਦਾ ਕਿ ਜਦੋਂ ਡਿਫਰੈਂਟ ਸਰਕਾਰਾਂ ਨੇ, ਡਿਫਰੈਂਟ ਪੋਲੀਟੀਕਲ ਪਾਰਟੀਆਂ ਨੇ, ਸਰਟਨਲੀ ਉਹਨਾਂ ਨੇ, ਹੁਣ ਇੱਕ ਸਿੰਪਲ ਮੇਰਾ ਕੁਐਸਚਨ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਨਿਊ ਲਿਬਰਲ ਪਾਲਿਸੀਜ਼ ਨੂੰ ਲਿਆਉਣ ਵਾਲੇ ਜਾਂ ਇਹਨੂੰ ਇੰਟਰੋਡਿਊਸ ਕਰਨ ਵਾਲੀ ਕਾਂਗਰਸ ਆ, ਸਰਦਾਰ ਮਨਮੋਹਨ ਸਿੰਘ ਨੇ, ਜੀ ਹੁਣ ਜਦੋਂ ਇੱਕ ਐਗਰੀਕਲਚਰ ਦੇ ਵਿੱਚ ਨਿਊ ਲਿਬਰਲ ਏਜੰਡਾ ਇੰਟਰੋਡਿਊਸ ਕੀਤਾ ਜਾ ਰਿਹਾ ਤਾਂ ਕਾਂਗਰਸ ਇਹਦਾ ਵਿਰੋਧ ਕਿਉਂ ਕਰ ਰਹੀ ਹੈ? ਬਿਲਕੁਲ। ਹਾਂ, ਮਤਲਬ ਇਹ ਕੁਐਸਚਨ, ਇਹਦਾ ਮਤਲਬ ਕਿ ਸਰਟਨ ਗਰੇਵਾਲ ਸਾਹਿਬ, ਮੇਰੇ ਖਿਆਲ ਪੋਲੀਟੀਕਲ, ਕਾਂਗਰਸ ਸਰਕਾਰ ਜਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਬਿੱਲ ਲੈ ਕੇ ਆਂਦਾ ਸੀ। ਹੁਣ ਜਿਹੜੀ ਇਹਨਾਂ ਨੇ ਕੀਤੀ ਆ ਆਪਣੀ ਕਮੇਟੀ ਕੰਸਟੀਟਿਊਟ ਕੀਤੀ ਸੀ ਜੀ ਆਪਣਾ ਮੌਂਟੇਕ ਸਿੰਘ ਆਹਲੂਵਾਲੀਆ ਦੇ, ਉਹ ਜੀ ਸਾਰੇ ਨਿਊ ਲਿਬਰਲ ਆਈਡੀਓਲੋਜੀ ਤੇ ਬੇਸਡ ਸਾਰੀਆਂ ਪ੍ਰੋਵੀਜ਼ਨ, ਉਹਨਾਂ ਨੇ ਸਾਰੀਆਂ ਰਿਕਮੈਂਡੇਸ਼ਨਸ ਕੀਤੀਆਂ ਨੇ। ਜੀ ਸੋ ਮਤਲਬ ਦੇਖੋ, ਇਸ ਵੇਲੇ ਸਮਝਣ ਦੀ ਲੋੜ ਇਹ ਹੈਗੀ ਆ ਕਿ ਮੈਂ ਇੱਥੋਂ ਥੋੜਾ ਜਿਹਾ ਅਲੱਗ ਕਰਨਾ ਚਾਹੁੰਦਾ ਗੱਲ ਨੂੰ ਜੀ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਨਿਊ ਲਿਬਰਲ ਪਾਲਿਸੀਜ਼ ਨੂੰ ਮਤਲਬ ਵੱਡੇ ਪੱਧਰ ਤੇ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ, ਪਰ ਇੱਕ ਜ਼ਰੂਰ ਗੱਲ ਆ ਕਿ ਜਿਹੜਾ ਸਾਡਾ ਪਿਛਲਾ ਫੋਰਡਿਜ਼ਮ ਦਾ ਜਿਹੜਾ ਉਹ ਸੀ, ਉਸ ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਸਾਰੀ ਜਿਹੜੀ ਆਰਥਿਕ ਵਿਵਸਥਾ ਉਹ ਨਿਊ ਲਿਬਰਲ ਪਾਲਿਸੀਜ਼ ਦੇ ਉੱਤੇ ਬੇਸ ਕਰ ਦਿੱਤੀ ਗਈ ਆ। ਹਾਂ, ਨਿਊ ਲਿਬਰਲ ਪਾਲਿਸੀਜ਼ ਦਾ ਵੀ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਕ੍ਰਿਟਿਸਿਜ਼ਮ ਹੋ ਰਿਹਾ, ਜਿਵੇਂ ਜੀ ਫੋਰ ਐਗਜ਼ਾਮਪਲ ਇਹਨਾਂ ਪਾਲਿਸੀਜ਼ ਦੇ ਆਉਣ ਨਾਲ ਤੇ ਜਿਹੜਾ ਇਨਇਕੁਐਲਿਟੀ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ, ਤੇ ਜੀ ਨੰਬਰ 2 ਤੇ ਇਹਨਾਂ ਦੇ ਆਉਣ ਨਾਲ ਬਹੁਤ ਜ਼ਿਆਦਾ ਜਿਹੜਾ এনवायरमेंट ਦੇ ਉੱਤੇ ਬਹੁਤ ਜ਼ਿਆਦਾ ਉਹ ਆ ਗਿਆ। ਹੁਣ ਮਤਲਬ ਜਿਹੜੀ ਆਉਣ ਵਾਲਾ ਟਾਈਮ ਆ ਉਹਦੇ ਵਿੱਚ ਅਗਰ ਅਸੀਂ ਕੋਈ ਬਿਹਤਰੀ ਲਿਆਉਣਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ, ਮਤਲਬ ਇਹਨਾਂ ਪਾਲਿਸੀਜ਼ ਨੂੰ ਲੈ ਕੇ, ਜੀ ਤਾਂ ਸਰਟਨਲੀ ਸਾਨੂੰ ਜਿਹੜੇ ਹਿਊਮਨ ਰਿਸੋਰਸਿਸ ਨੇ ਉਹਨਾਂ ਵੱਲ ਧਿਆਨ ਦੇਣਾ ਪਏਗਾ। ਬਿਲਕੁਲ ਸਿਰਫ ਇਹੀ ਨਹੀਂ ਕਿ ਅਸੀਂ ਨੈਚੁਰਲ ਰਿਸੋਰਸਿਸ ਨੂੰ ਮਤਲਬ ਐਕਸਪਲੋਇਟ ਕਰੀ ਜਾਈਏ। ਸਾਡੀ ਇਸ ਵੇਲੇ ਬਹੁਤ ਜ਼ਿਆਦਾ ਲੋੜ ਆ ਕਿ ਅਸੀਂ ਜਿਹੜੇ ਹਿਊਮਨ ਰਿਸੋਰਸਿਸ ਨੇ ਉਹਨਾਂ ਨੂੰ ਐਮਫਸਾਈਜ਼, ਉਹਨਾਂ ਤੇ ਜ਼ੋਰ ਦਈਏ। ਜਿਵੇਂ ਕਿਸੇ ਵੇਲੇ ਸਾਰਾ ਕੁਝ, ਸਾਰਾ ਦਾਰੋਮਦਾਰ ਜ਼ਮੀਨ ਤੇ ਸੀ, ਫਿਰ ਕੈਪੀਟਲ ਤੇ ਆ ਗਿਆ, ਹੁਣ ਇਹ ਸਾਰਾ ਦਾਰੋਮਦਾਰ ਹਿਊਮਨ ਕੈਪੀਟਲ ਦੇ ਉੱਤੇ ਟਿਕਿਆ ਹੋਇਆ। ਜੀ ਪੰਜਾਬ ਦੇ ਵਿੱਚ ਕੋਈ ਵੀ ਪਾਲਿਸੀਜ਼ ਆ ਜਾਣ, ਇਹ ਨਵੇਂ ਕਾਨੂੰਨ ਆ ਜਾਣ ਜਾਂ ਪੁਰਾਣੇ ਕਾਨੂੰਨਾਂ ਤੇ ਵਾਪਸ ਚਲੇ ਜਾਈਏ, ਪੰਜਾਬ ਜੀ ਦਾ ਉਨੀ ਦੇਰ ਤੱਕ ਕੁਝ ਨਹੀਂ ਬਣਨ ਵਾਲਾ ਜਿੰਨੀ ਦੇਰ ਤੱਕ ਅਸੀਂ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਰਿਫਾਰਮ ਨਹੀਂ ਕਰਾਂਗੇ। ਬਿਲਕੁਲ ਸਹੀ। ਐਜੂਕੇਸ਼ਨ ਸਿਸਟਮ ਨੂੰ ਰਿਫਾਰਮ ਕਰਨ ਨਾਲ ਹੀ ਜਿਹੜੀ ਨਵੀਂ ਟੈਕਨੋਲੋਜੀ ਆ ਉਹਦੀ ਇੰਪਲੀਮੈਂਟੇਸ਼ਨ ਜਾਂ ਉਹਨੂੰ ਐਕਸ਼ਨ ਚ ਲਿਆਉਣ ਦੇ ਜਿਹੜੀ ਪ੍ਰੋਵੀਜ਼ਨ ਉਹ ਪੈਦਾ ਹੋਏਗੀ। ਉਹਨੂੰ ਜਿਹੜੇ ਲੋਕਾਂ ਨੇ ਲਿਆਉਣਾ, ਉਹਨੂੰ ਇੰਪਲੀਮੈਂਟ ਕਰਨਾ, ਉਸ ਗਿਆਨ ਨੂੰ, ਉਸ ਟੈਕਨੋਲੋਜੀ ਨੂੰ, ਉਹਦੀ ਜਿੰਨੀ ਦੇਰ ਤੱਕ ਅਸੀਂ ਪੈਦਾ ਕਰਾਂਗੇ ਉਨੀ ਦੇਰ ਤੱਕ ਪੰਜਾਬ ਦਾ ਕੁਝ ਨਹੀਂ ਸੁਧਰੇਗਾ। ਜੀ ਸੋ ਰਲਾ ਮਿਲਾ ਕੇ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਕਿ ਇਹ ਜਿਹੜੇ ਕਾਨੂੰਨ ਨੇ, ਇਹ ਨਿਊ ਲਿਬਰਲ ਜਿਹੜੇ ਕਾਨੂੰਨ ਨੇ, ਇਹ
ਜੋ ਅਸੀਂ ਪਹਿਲਾਂ ਜਿਸ ਸਟੇਟ ਸਪਾਂਸਰਡ ਜਿਹੜੀ ਐਗਰੀਕਲਚਰ ਕਰ ਰਹੇ ਸੀ, ਉਹਦੀ ਕਰਪਸ਼ਨ, ਉਹਦੇ ਬਹੁਤ ਸਾਰੇ ਕਾਸੇ ਨੂੰ ਮਤਲਬ ਉਹਦੇ ਦੂਰ ਕਰਕੇ ਇੱਕ ਨਵੀਂ ਜਿਹੜੀ ਵਿਵਸਥਾ ਉਹਨੂੰ ਜੀ ਜਨਮ ਦੇਗੀ, ਜਿਹਦੇ ਵਿੱਚ ਨਵੀਆਂ ਸੰਭਾਵਨਾਵਾਂ ਤਾਂ ਜਾਗਣਗੀਆਂ ਹੀ ਜਾਗਣਗੀਆਂ। ਬਿਲਕੁਲ। ਪਰ ਗਰੇਵਾਲ ਸਾਹਿਬ ਹਾਂ, ਮੈਂ ਜਿਸ ਤਰ੍ਹਾਂ ਇੱਕ ਹੋਰ ਹੈ ਕਿ ਜ਼ਿਮੀਂਦਾਰ ਦਾ ਕਹਿਣਾ ਹੈ ਕਿ ਜੇ ਬਹੁਤ ਸਾਰੀਆਂ ਬਾਹਰਲੀਆਂ ਵੱਡੀਆਂ ਕੰਪਨੀਆਂ ਆਉਂਦੀਆਂ ਮਾਰਕੀਟ ਦੇ ਵਿੱਚ, ਮੰਡੀ ਦੇ ਵਿੱਚ ਉਹ ਫਸਲ ਖਰੀਦਣ ਆਉਣਗੀਆਂ ਤਾਂ ਉਹ ਸਾਨੂੰ ਬਲੈਕਮੇਲ ਕਰਨਗੀਆਂ। ਬਲੈਕਮੇਲ ਕਰਕੇ ਜੇ ਐਮਐਸਪੀ ਨਾ ਹੋਈ, ਜਦੋਂ ਕਿ ਸਰਕਾਰ ਨੇ ਹੁਣ ਐਮਐਸਪੀ ਕਲੀਅਰ ਕਰ ਦਿੱਤੀ ਹੈ, ਜਿਵੇਂ ਕਿ ਪਿਛਲੇ ਦਿਨ ਬਿਲਕੁਲ ਅਸੀਂ ਕਲੀਅਰ ਦੇਖਿਆ ਕਰਕੇ ਹੋਈ ਕਿ ਹੈ। ₹50 ਕਣਕ ਦੇ ਤੇ ਝੋਨੇ ਦੇ ₹50,000 ਉਹਨਾਂ ਦੇ ਕਹਿ ਤਾ। ਦੂਸਰਾ, ਅੱਜ ਭਾਰਤ ਸਰਕਾਰ ਨੇ ਕਹਿਤਾ ਕਿ 1 ਅਕਤੂਬਰ ਤੋਂ ਜਿਹੜੀ ਖਰੀਦ ਵੀ ਸ਼ੁਰੂ ਹੋ ਜਾਊਗੀ। ਮੇਰੇ ਕਹਿਣ ਦਾ ਸੀ ਕਿ ਜ਼ਿਮੀਂਦਾਰ ਦੇ ਦਿਮਾਗ ਦੇ ਵਿੱਚ ਅੱਜ ਵੀ ਭੁਲੇਖਾ ਸੀ ਕਿ ਬਾਹਰਲੀਆਂ ਕੰਪਨੀਆਂ ਆਉਣਗੀਆਂ ਤੇ ਸਾਨੂੰ ਬਲੈਕਮੇਲ ਕਰਨਗੀਆਂ, ਸਾਨੂੰ ਘੱਟ ਭਾਅ ਦੇਣਗੀਆਂ। ਅਸੀਂ ਇੱਕ ਪਾਸੇ ਤਾਂ ਸਾਰੇ ਮਤਲਬ ਹਰ ਵੇਲੇ ਰੌਲਾ ਪਾਉਂਦੇ ਆ ਕਿ ਬਾਹਰਲੀਆਂ ਕੰਪਨੀਆਂ ਪੰਜਾਬ 'ਚ ਕਿਉਂ ਨਹੀਂ ਆਉਂਦੀਆਂ, ਜੀ, ਬਾਹਰਲਾ ਪੈਸਾ ਪੰਜਾਬ 'ਚ ਕਿਉਂ ਨਹੀਂ ਆਉਂਦਾ, ਪੰਜਾਬ ਦੇ ਵਿੱਚ ਪ੍ਰੋਸੈਸਿੰਗ ਕਰਨ ਵਾਲੇ, ਅਸੀਂ ਪੰਜਾਬ ਦੇ ਵਿੱਚ ਜਿਹੜੀ ਰਿਟੇਲ ਆ ਉਹਨੂੰ ਤਾਂ ਅਸੀਂ ਵੈਲਕਮ ਕਰ ਰਹੇ ਹਾਂ। ਜੀ, ਮਤਲਬ ਸਿਰਫ ਇਹ ਮੈਨੂੰ ਮਤਲਬ ਇੰਨੀ ਕੀ ਗੱਲ ਲੱਗਦੀ ਆ ਕਿ ਇਹ ਪੰਜਾਬ ਦੇ ਫਾਰਮਰਸ ਨੂੰ ਪ੍ਰੋਪਰਲੀ ਐਜੂਕੇਟ ਨਹੀਂ ਕੀਤਾ ਗਿਆ ਇਹਨਾਂ ਪਾਲਿਸੀਜ਼ ਦੇ ਸੰਬੰਧ ਦੇ ਵਿੱਚ, ਜਿਹਦੇ ਕਰਕੇ ਜਿਹੜੇ ਸਮਝਦਾਰ ਜਾਂ ਜਿਹੜੇ ਜੈਨੂਨ ਜਿਹੜੇ ਫਾਰਮਰਸ ਨੇ, ਜੈਨੂਨ ਧਿਰਾਂ ਨੇ ਜਿਹੜੀਆਂ, ਉਹ ਵੀ ਮਤਲਬ ਇਹਨਾਂ ਦੇ ਖਿਲਾਫ ਉੱਠ ਕੇ ਖੜੀਆਂ ਹੋ ਗਈਆਂ। ਜੀ। ਗਰੇਵਾਲ ਸਾਹਿਬ ਇੱਕ ਇਹਨਾਂ ਨੇ ਹੁਣ ਇੱਕ ਗੱਲ ਇਹ ਹੋਰ ਹੈ ਕਿ ਡਾਕਟਰ ਜੋਹਲ ਇਹਨਾਂ ਸਾਰੀਆਂ ਪ੍ਰੋਵੀਜ਼ਨਸ ਦੇ ਬਹੁਤ ਹੱਕ ਦੇ ਵਿੱਚ ਸੀਗੇ। ਉਹਨਾਂ ਜੀ, ਨੇ ਇੱਥੋਂ ਤੱਕ ਕਿਹਾ ਕਿ ਮੈਂ ਤਾਂ ਆਪ ਇਹਨਾਂ ਚੀਜ਼ਾਂ ਨੂੰ ਇੰਟਰੋਡਿਊਸ ਕਰਵਾਉਣ ਵਾਲਾ, ਪਰ ਹੁਣ ਉਹ ਚੁੱਪ ਕਰਕੇ ਬੈਠ ਗਏ ਕਿਉਂਕਿ ਉਹਨਾਂ ਬਿਲਕੁਲ। ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਹਵਾ ਚੱਲ ਰਹੀ ਆ, ਉਹਨੂੰ ਵਿਰੋਧ ਕਰਨ ਦੀ ਥਾਂ ਚੁੱਪ ਕਰਕੇ ਬੈਠ ਜਾਓ। ਜੀ, ਸੋ ਇਹ ਅਗਰ ਗਵਰਨਮੈਂਟ ਆਫ ਇੰਡੀਆ ਪ੍ਰੋਪਰ ਐਫਰਟਸ ਕਰਦੀ ਤਾਂ ਮੈਨੂੰ ਲੱਗ ਰਿਹਾ ਕਿ ਇਸ ਕਿਸਮ ਦੀ ਇਹਨੂੰ ਸਿਰਫ ਐਜੂਕੇਟ ਕਰਨ ਤੇ ਕਰਦੀ ਤਾਂ ਇਹੋ ਜਿਹੀ ਪ੍ਰੋਬਲਮਸ ਨਹੀਂ ਸੀ ਆਉਣੀ। ਪਰ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਮਤਲਬ ਅਲੱਗ ਸਰਕਾਰ ਆ, ਇਸ ਕਰਕੇ ਇਹ ਜਿਹੀਆਂ ਮਤਲਬ ਜੀ। ਸੰਭਾਵਨਾ। ਗਰੇਵਾਲ ਸਾਹਿਬ ਤੁਸੀਂ ਡਾਕਟਰ ਜੌਹਲ ਦੀ ਗੱਲ ਕੀਤੀ, ਮੇਰੇ ਕੋਲ ਡਾਕਟਰ ਜੌਹਲ ਦਾ ਹੀ ਆਰਟੀਕਲ ਹੈ। ਡਾਕਟਰ ਜੌਹਲ ਜੀ ਨੇ ਆਰਟੀਕਲ ਲਿਖਿਆ ਸੀ ਅਜੀਤ ਅਖਬਾਰ ਦੇ ਵਿੱਚ, ਬੜਾ ਵੱਡਾ ਆਰਟੀਕਲ ਹੈ, ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਆਇਆ। ਉਹਨਾਂ ਨੇ ਇਹਦੀ ਪੂਰੀ ਤਰ੍ਹਾਂ ਪ੍ਰੋੜਤਾ ਕੀਤੀ ਹੈ ਕਿ ਉਹਨਾਂ ਨੇ ਇਹਦੇ ਚ ਬਿਲਕੁਲ ਲਿਖਿਆ ਕਿ ਇਹ ਸਭ ਤੋਂ ਵਧੀਆ ਜਿਹੜਾ ਇਹ ਖੇਤੀ ਆਰਡੀਨੈਂਸ ਬਿੱਲ ਜਿਹੜੇ ਲੈ ਕੇ ਆ ਰਹੇ ਹੈ, ਇਹਦੇ ਵਿੱਚ 1% ਵੀ ਜਿਹੜੀ ਕਿਸਾਨ ਵਿਰੋਧੀ ਕੋਈ ਵੀ ਗੱਲ ਸਰਕਾਰ ਨੇ ਨਹੀਂ ਕਹੀ। ਨਹੀਂ ਕੀਤੀ, ਠੀਕ ਹੈ। ਬਿਲਕੁਲ ਮੈਂ ਵੀ ਅਹ ਇਹੀ ਗੱਲ ਕਰਾਂ। ਹਾਂਜੀ, ਹੁਣ ਇਹੀ ਆ ਕਿ ਇਹ ਜੋ ਕੁਝ ਹੋ ਰਿਹਾ, ਦੇਖੋ ਜੇ ਆਪਾਂ ਇਹ ਸਾਰੀ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰੀਏ, ਜਿੰਨੀਆਂ ਧਿਰਾਂ ਨੇ ਜਿਹੜੀਆਂ ਲੜਾਈ ਲੜ ਰਹੀਆਂ ਨੇ, ਉਹਨਾਂ ਦੇ ਵਿੱਚ ਮਤਲਬ ਮੈਂ ਜਿਹੜਾ ਇੱਕ ਆਰਟੀਕਲ ਲਿਖਿਆ ਉਹਦੇ ਵਿੱਚ ਮੈਂ ਲਿਖਿਆ ਸੀਗਾ ਕਿ ਵਿਜ਼ਨ ਵਿਹੂਣੀ ਜਿਹੜੀ ਸੰਘਰਸ਼ ਆ, ਉਹ ਤੁਹਾਨੂੰ ਜਿੰਦਾ ਹੋਣ ਦਾ ਅਹਿਸਾਸ ਤਾਂ ਕਰਾ ਸਕਦੀ ਆ ਕਿ ਹਾਂ ਅਸੀਂ ਜੀ ਪੰਜਾਬ ਦੇ ਫਾਰਮਰਸ ਹਾਂ, ਪਰ ਉਹ ਤੁਹਾਨੂੰ ਕਿਸੇ ਪਾਸੇ ਲਿਜਾ ਨਹੀਂ ਸਕਦੀ। ਬਿਲਕੁਲ। ਹਾਂ, ਉਹਦੇ ਲਈ ਤੁਹਾਨੂੰ ਮਤਲਬ ਮੈਂ ਨਹੀਂ ਕਹਿੰਦਾ ਕਿ ਤੁਸੀਂ ਇਹਨਾਂ ਮਤਲਬ ਕੰਪਨੀਆਂ ਦੇ ਪਿੱਛੇ ਹੀ ਲੱਗੋ, ਤੁਸੀਂ ਇਹਨਾਂ ਨਵੇਂ ਕਾਨੂੰਨਾਂ ਦੇ ਆਧਾਰ ਦੇ ਉੱਤੇ ਬਹੁਤ ਕੁਝ ਐਸਾ ਕਰ ਸਕਦੇ ਹੋ ਜਿਹਦੇ ਨਾਲ ਪੰਜਾਬ ਦੇ ਫਾਰਮਰਸ, ਪੰਜਾਬ ਦੇ ਵਾਤਾਵਰਣ ਤੇ ਪੰਜਾਬ ਨੂੰ ਸਮੁੱਚੇ ਤੌਰ ਤੇ ਬਹੁਤ ਲਾਭ ਹੋ ਸਕਦਾ। ਜੀ। ਗਰੇਵਾਲ ਸਾਹਿਬ ਇਹ ਜਿਹੜਾ ਲਾਸਟ ਇਹਨਾਂ ਨੇ ਸੋਧ ਕੀਤੀ ਹੈ ਕਿ ਮੰਡੀਆਂ ਦੇ ਵਿੱਚ ਜੋ ਆਪਾਂ ਨੂੰ ਲੱਗਦਾ ਸੀ ਵੀ 4% ਦੀ ਜਿਹੜੀ ਮੰਡੀ ਫੀਸ ਹੈ, 4% ਦੀ ਉਹ ਮੰਡੀ ਫੀਸ ਹੈ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ। ਕੀ ਤੁਸੀਂ ਸੋਚਦੇ ਹੋ ਕਿ ਇਹਦੇ ਨਾਲ ਜਿਹੜਾ ਖੇਤੀਬਾੜੀ ਢਾਂਚੇ ਤੇ ਜਾਂ ਜ਼ਿਮੀਂਦਾਰ ਨੂੰ ਕੋਈ ਇਹਦਾ ਸਿੱਧਾ ਨੁਕਸਾਨ ਹੁੰਦਾ ਹੈ? ਬਿਲਕੁਲ ਬਿਲਕੁਲ। ਜੀ, ਦੇਖੋ ਇਹਨਾਂ ਦਾ ਇਹ ਹੈਗਾ ਕਿ ਮੰਡੀ ਫੀਸ ਦੇ ਵਿੱਚੋਂ ਇਹਨਾਂ ਦਾ ਜਿਹੜਾ ਰੂਰਲ ਰੋਡਸ ਮਤਲਬ ਦਾ ਜਾਂ ਹੋਰ ਇਸ ਕਿਸਮ ਦੇ ਜਿਹੜੇ ਪ੍ਰੋਜੈਕਟ ਸੀ ਮੰਡੀ ਬੋਰਡ ਦੇ, ਉਹ ਚੱਲਦੇ ਸੀਗੇ। ਜੀ, ਤੇ ਹੁਣ ਮਤਲਬ ਇਹ ਕਹਿਣਾ ਕਿ ਇਸੇ ਦੇ ਵਿੱਚੋਂ ਚੱਲਣੇ ਨੇ, ਇਹ ਮਤਲਬ ਠੀਕ ਕੀ ਜੇ ਮਤਲਬ ਮੰਡੀ ਬੋਰਡ ਕੋਲ ਪੈਸਾ ਨਹੀਂ ਆਏਗਾ ਤਾਂ ਕੀ ਸੜਕਾਂ ਨਹੀਂ ਬਣਨਗੀਆਂ? ਜੀ, ਮੰਡੀ ਬੋਰਡ ਦੇ ਵਿੱਚ ਕੀ ਕਰਪਸ਼ਨ ਨਹੀਂ ਸੀ? ਜੀ, ਮੰਡੀ ਬੋਰਡ ਦੇ ਵਿੱਚ ਕੀ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ? ਹੁਣ ਤੱਕ ਤਾਂ ਅਸੀਂ ਇਹ ਰੌਲਾ ਪਾਉਂਦੇ ਸੀ ਕਿ ਉੱਥੇ ਬਹੁਤ ਸਾਰਾ ਜਿਹੜਾ ਫ੍ਰਿਕਸ਼ਨ ਆ, ਬਹੁਤ ਸਾਰੀ ਉੱਥੇ ਮਤਲਬ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ। ਜੀ। ਸੋ ਮਤਲਬ ਇਹ ਸਾਰੀਆਂ ਇੱਕ ਆਈ ਡੋਂਟ ਥਿੰਕ ਇਹ ਜੀ ਕੋਈ ਗਰੇਵਾਲ ਸਾਹਿਬ ਮੈਂ ਜਿਸ ਤਰ੍ਹਾਂ ਇਹਨਾਂ ਦਾ ਬਜਟ ਦੇਖਦਾ ਪਿਆ ਸੀ ਕਿ 36-3700 ਕਰੋੜ ਰੁਪਇਆ ਸਾਲ ਦਾ ਜਿਹੜਾ ਇਹ ਮੰਡੀਕਰਨ ਬੋਰਡ ਹੈ ਜਿਹੜਾ ਉਹ ਮੰਡੀ ਫੀਸ ਦੇ ਵਜੋਂ ਵਸੂਲ ਕਰਦਾ ਹੈ, ਉਹ 38-3600 ਕਰੋੜ ਰੁਪਇਆ ਜਿਹੜਾ ਪੈਸਾ ਹੈ, ਉਹ ਪੈਸਾ ਤਾਂ ਕਿਸਾਨ ਦਾ ਹੀ ਇਕੱਠਾ ਹੋਇਆ ਹੈ।
ਜੇਕਰ ਮੰਡੀ ਫੀਸ ਲੱਗਦੀ ਹੈ ਉਹ ਬੋਝ ਵੇਚਣ ਵਾਲੇ ਤੇ ਪੈਂਦਾ ਨਾ ਕਿ ਖਰੀਦਣ ਵਾਲੇ ਤੇ। ਉਹੀ ਮੰਡੀ ਫੀਸ ਆ ਜਿਹੜੀ, ਉਹੀ ਮੰਡੀ ਫੀਸ ਆ ਜਾਂ ਉਹੀ ਆੜਤੀਏ ਦੀ ਫੀਸ ਆ, ਉਹ ਕਿੰਨੀ 8.5% ਕਿੰਨੀ ਬਣਦੀ ਆ, ਉਹ ਸਾਰੀ ਕਿਸਾਨ ਨੂੰ ਟ੍ਰਾਂਸਫਰ ਹੋਏਗੀ ਜੀ। ਉਹ ਮਤਲਬ ਜਿਹੜੀਆਂ ਕੰਪਨੀਆਂ ਨੇ, ਮਤਲਬ ਮੈਂ ਇਹ ਗੱਲ ਦੇਖ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਉਹੀ ਪੰਜਾਬ ਦੇ ਵਿੱਚ ਇੱਕ ਤੁਸੀਂ ਦੇਖੋ ਇਹ ਸੰਘਰਸ਼ ਚੱਲ ਰਿਹਾ, ਸਾਰੇ ਲੋਕ ਸੋਚ ਰਹੇ ਨੇ ਕੁਝ ਦਿਨਾਂ ਤੱਕ ਇਹ ਸ਼ੁਰੂ ਹੋ ਜਾਏਗੀ ਪੰਜਾਬ ਮਤਲਬ ਝੋਨੇ ਦੀ ਖਰੀਦ ਸ਼ੁਰੂ ਹੋ ਜਾਊਗੀ। ਹਾਂਜੀ, ਹੁਣ ਉਸ ਵੇਲੇ ਨੰਬਰ 1 ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਹ ਕਿਸਾਨਾਂ ਨੂੰ ਮਿਲੇਗੀ। ਨੰਬਰ 2 ਸਾਰੇ ਕਿਸਾਨ ਨੂੰ ਟ੍ਰਾਂਸਫਰ ਕਰ ਦੇਣਗੀਆਂ, ਜਿਹਦੇ ਨਾਲ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬਿਲਕੁਲ ਡਿਫਰੈਂਟ ਮਾਹੌਲ ਕ੍ਰੀਏਟ ਹੋ ਜਾਏ। ਮੈਨੂੰ ਨਹੀਂ ਸਮਝ ਕਿ ਜਦੋਂ ਇਹ ਸਾਰਾ ਕੁਝ ਹੋ ਗਿਆ ਫਿਰ ਇੱਕ ਵਾਰ ਤਾਂ ਕਹਿ ਦੇ ਫਿਰ ਕਿਵੇਂ ਕੀ ਇਹਦਾ ਬਹਾਨਾ ਹੋਏਗਾ ਕਿ ਅਸੀਂ ਕੀ ਕੀਤਾ ਸੀ, ਕਿਉਂਕਿ ਕਿਸਾਨ ਆ ਜਿਹੜਾ ਪੰਜਾਬ ਦਾ ਉਹਨੇ ਆਪਣਾ ਇਮੀਡੀਏਟ ਗੇਨ ਦੇਖਣਾ ਔਰ ਉਸ ਗੇਨ ਦੇ ਵਿੱਚ ਉਹਨੂੰ ਲੱਗੇਗਾ ਕਿ ਅਸੀਂ ਤਾਂ ਗਲਤ ਤਰੀਕੇ ਨਾਲ ਤੁਰੇ ਰਹੇ। ਜੀ ਗਰੇਵਾਲ ਸਾਹਿਬ, ਜਾਂਦੇ ਜਾਂਦੇ ਤੁਹਾਡੇ ਤੋਂ ਮੈਂ ਇੱਕ ਸੰਖੇਪ ਦੇ ਵਿੱਚ ਇੱਕ ਸੰਦੇਸ਼ ਲੈਣਾ ਚਾਹੁੰਦਾ, ਖਾਸ ਕਰਕੇ ਕਿਸਾਨਾਂ ਦੇ ਨਾਂ ਤੇ, ਖਾਸ ਕਰਕੇ ਨੌਜਵਾਨ ਵਰਗ ਜਿਹੜਾ ਅੱਜ ਸੜਕਾਂ ਦੇ ਉੱਤੇ ਮੁਜ਼ਾਹਰਿਆਂ ਦੇ ਉੱਤੇ ਆਇਆ, ਜਦੋਂ ਕਿ ਮੇਰੇ ਖਿਆਲ ਅਨੁਸਾਰ ਉਹਨਾਂ ਤੋਂ 80 85 90% ਜਿਹੜੇ ਲੋਕ ਹੈ ਇਹ ਜਾਣਦੇ ਹੀ ਨਹੀਂ ਕਿ ਖੇਤੀ ਆਰਡੀਨੈਂਸ ਕੀ ਹੈ। ਸਿਰਫ ਉਹ ਸੁਣੀ ਸੁਣਾਈ ਗੱਲ ਹੈ ਵੀ MSP ਬੰਦ ਹੋ ਜੂਗੀ, ਕਿਸਾਨ ਲੁੱਟਿਆ ਜਾਊਗਾ, ਬਾਹਰੀ ਕੰਪਨੀਆਂ ਸਾਡੇ ਤੇ ਕਬਜ਼ਾ ਕਰ ਲੈਣਗੀਆਂ। ਅੱਜ ਮੈਂ ਇੱਕ ਬੜੇ ਸੀਨੀਅਰ ਪੱਤਰਕਾਰ ਹੈ, ਸੰਪਾਦਕ ਹੈ, ਉਹਨਾਂ ਦੀ ਸਵੇਰੇ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਜੇ ਤੁਹਾਡੀ ਕੰਪਨੀਆਂ ਤੁਹਾਡੀਆਂ ਕੰਪਨੀਆਂ ਜੇ ਤੁਹਾਡੀ ਜ਼ਮੀਨ ਠੇਕੇ ਤੇ ਲੈ ਲੈਣਗੀਆਂ ਤੇ ਕੰਪਨੀਆਂ ਤੁਹਾਡੀ ਜ਼ਮੀਨ ਤੇ ਕਰਜ਼ਾ ਲੈ ਲੈਣਗੀਆਂ। ਮਤਲਬ ਕਿ ਬਹੁਤ ਸਾਰੀਆਂ ਜਿਹੜੀਆਂ ਗਲਤ ਦਿਸ਼ਾਵਾਂ ਦੇ ਵੱਲ ਯੂਥ ਨੂੰ, ਫਾਰਮਰ ਨੂੰ ਮੋੜਿਆ ਜਾ ਰਿਹਾ। ਤੁਹਾਡਾ ਸੰਖੇਪ ਦੇ ਵਿੱਚ ਪੂਰੇ ਤਿੰਨੇ ਆਰਡੀਨੈਂਸਾਂ ਬਾਰੇ ਕੀ ਕਹਿਣਾ ਹੈ? ਦੇਖੋ ਜੀ, ਮੈਂ ਜੇ ਤੁਸੀਂ ਗੱਲ ਕੀਤੀ ਆ ਜਿਹੜੀ ਮੈਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਆ, ਉਹ ਹੈਗੀ ਯੂਥ ਦੀ ਗੱਲ ਜੀ। ਇਸ ਵੇਲੇ 2018 ਤੋਂ ਜੇ ਮੈਂ ਦੇਖਾਂ, ਜੇ ਤੁਸੀਂ ਡੇਟਾ ਦੇਖੋ ਤਾਂ 2018 ਤੱਕ ਜਿਹੜੀਆਂ ਮੈਕਸਿਮਮ ਸੁਸਾਈਡ ਸੀਗੇ ਜੀ ਉਹ ਕਿਸਾਨਾਂ ਦੇ ਸੀ ਜੀ। ਪਰ 2018 ਤੋਂ ਜਿਹੜੇ ਆਤਮ ਹੱਤਿਆ ਦਾ ਜਿਹੜਾ ਰੇਟ ਨੇ ਜਾਂ ਉਹਨਾਂ ਦਾ ਜਿਹੜਾ ਨੰਬਰ ਆ ਉਹ ਮੈਕਸਿਮਮ ਯੂਥ ਦੇ ਵਿੱਚ ਆ ਗਿਆ। ਹੁਣ ਇਸ ਵੇਲੇ ਯੂਥ ਆ ਜਿਹੜੀ ਉਹ ਸਭ ਤੋਂ ਵੱਧ ਸੁਸਾਈਡ ਕਰ ਰਹੀ ਆ। ਉਹ ਇੱਕ ਬਹੁਤ ਹੀ ਅਨਸਰਟਨਟੀ ਦੇ ਮਾਹੌਲ 'ਚ ਜੀ ਰਹੀ ਆ, ਉਹ ਹਰ ਕਿਸਮ ਦੇ ਪ੍ਰੈਸ਼ਰ ਥੱਲੇ ਆ ਤੇ ਉਹ ਉਹਨਾਂ ਦੇ ਉੱਤੇ ਸਾਈਕੋਲੋਜੀਕਲ ਪ੍ਰੈਸ਼ਰ ਵੀ ਆ, ਉਹਨਾਂ ਤੇ ਅਨਸਰਟਨਟੀ ਵੀ ਆ, ਉਹਨਾਂ ਵਿੱਚ ਅਨਇੰਪਲੋਇਮੈਂਟ ਵੀ ਆ, ਅੰਡਰ ਇੰਪਲੋਇਮੈਂਟ ਵੀ ਆ। ਸਭ ਤੋਂ ਵੱਧ ਸ਼ਿਕਾਰ ਆ ਜਿਹੜੀ ਇਸ ਵੇਲੇ ਮੌਜੂਦਾ ਸਥਿਤੀ ਦਾ ਉਹ ਹੈਗੀ ਯੂਥ। ਇਹਦੇ ਪਿੱਛੇ ਵੀ ਸਾਡੀ ਜਿਹੜੀ ਪੁਰਾਣੀ ਮਤਲਬ ਪਾਲਿਸੀ ਆ ਐਗਰੀਕਲਚਰ ਦੀ ਉਹ ਕੰਮ ਕਰ ਰਹੀ ਆ ਕਿ ਅਸੀਂ ਹੁਣ ਤੱਕ ਇਹੋ ਇਸੇ ਪਾਲਿਸੀ ਦੇ ਉੱਤੇ ਕੰਮ ਕਰਦੇ ਆਏ ਆ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਸਿਰਫ ਅਨਾਜ ਉਤਪਾਦਨ ਲਈ ਪ੍ਰੇਰਿਤ ਕਰਕੇ ਰੱਖਿਆ ਜਾਵੇ, ਜਿਹਦੇ ਨਾਲ ਸਾਰੇ ਹਿੰਦੁਸਤਾਨ ਦਾ ਉਹ ਪੇਟ ਤਾਂ ਭਰਦਾ ਰਹੇ, ਆਪਣਾ ਪੇਟ ਭਾਵੇਂ ਉਹ ਜ਼ਹਿਰਾਂ ਨਾਲ ਹੀ ਭਰ ਲਵੇ। ਹੁਣ ਇਸ ਸਥਿਤੀ ਦੇ ਵਿੱਚ ਪੰਜਾਬ ਦੇ ਅੰਦਰ ਨਾ ਤਾਂ ਡਾਈਵਰਸਿਫਿਕੇਸ਼ਨ ਹੋਣ ਦਿੱਤੀ ਗਈ ਹੈ ਤੇ ਨਾ ਹੀ ਇਕਨੋਮੀ ਦੇ ਦੂਸਰੇ ਜਿਹੜੇ ਸੈਕਟਰਸ ਨੇ ਉਹਨਾਂ ਨੂੰ ਡਿਵੈਲਪ ਹੋਣ ਦਿੱਤਾ ਗਿਆ। ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਮਾਡਰਨ ਸੈਕਟਰ ਡਿਵੈਲਪ ਨਹੀਂ ਹੋਏਗਾ, ਯੂਥ ਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ? ਸੋ ਮੈਂ ਸਮਝਦਾ ਕਿ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਲੋੜ ਹੈਗੀ ਆ ਉਹ ਯੂਥ ਨੂੰ ਸੰਭਾਲਣ ਦੀ ਆ। ਪੰਜਾਬ ਦੇ ਵਿੱਚ ਕਿਸਾਨ ਨਾਲੋਂ ਵੀ ਵੱਧ ਯੂਥ ਨੂੰ ਸੰਭਾਲਣ ਦੀ ਲੋੜ ਆ। ਉਹ ਤਦ ਹੀ ਸੰਭਾਲੀ ਜਾ ਸਕਦੀ ਆ ਅਗਰ ਪੰਜਾਬ ਇਹਨਾਂ ਦੋ ਏਰੀਆਜ਼ ਦੇ ਵਿੱਚ ਅੱਗੇ ਵੱਧਦਾ। ਨੰਬਰ 1 ਉਹ ਪੰਜਾਬ ਦੇ ਅੰਦਰ ਇਕਨੋਮੀ ਨੂੰ ਡਾਈਵਰਸਿਫਾਈ ਕਰਦਾ, ਮਾਡਰਨ ਸੈਕਟਰ ਨੂੰ ਐਨਕਰੇਜ ਕਰਦਾ ਤੇ ਨੰਬਰ 2 ਦੇ ਉੱਤੇ ਕਿ ਇਹ ਜਿਹੜੀ ਹਿਊਮਨ ਰਿਸੋਰਸਿਸ ਨੇ ਜਾਂ ਜਿਹੜੀਆਂ ਮਤਲਬ ਜਿਹੜੀ ਯੂਥ ਆ ਉਹਨੂੰ ਰੈਲੇਵੈਂਟ ਤੇ ਸਕਿੱਲ ਬੇਸਡ ਜਿਹੜੀ ਐਜੂਕੇਸ਼ਨ ਆ ਉਹ ਮਿਲੇ। ਹੁਣ ਮਤਲਬ ਦੂਸਰੀ ਗੱਲ ਜਿਵੇਂ ਤੁਸੀਂ ਕਹਿੰਦੇ ਕੰਪਨੀਆਂ ਖਾ ਜਾਣਗੀਆਂ, ਅਸੀਂ ਐਜੂਕੇਸ਼ਨ ਨੂੰ ਤਾਂ ਵਿਦੇਸ਼ੀ ਕੰਪਨੀਆਂ ਕੋਲ ਮਤਲਬ ਦੇਣ ਨੂੰ ਫਿਰਦੇ ਆ। ਔਰ ਮੋਰ ਓਵਰ ਜਿਹੜੀ ਪੰਜਾਬ ਦੇ ਵਿੱਚ ਜਿੰਨੀ ਮਤਲਬ ਐਜੂਕੇਸ਼ਨ ਦੀ ਇੰਡਸਟਰੀ ਆ ਜਾਂ ਐਜੂਕੇਸ਼ਨ ਦੀ ਸਨਅਤ ਆ ਜਾਂ ਐਜੂਕੇਸ਼ਨ ਦੇ ਮਤਲਬ ਕਮਰਸ਼ੀਅਲ ਅਦਾਰੇ ਨੇ, ਉਹ ਪੰਜਾਬ ਦੀ ਐਜੂਕੇਸ਼ਨ ਨਾਲ ਕੀ ਕਰ ਰਹੇ ਨੇ ਆਪਾਂ ਸਾਰਾ ਦੇਖ ਹੀ ਰਹੇ ਹਾਂ। ਸੋ ਮਤਲਬ ਸਾਰੇ ਪੰਜਾਬ ਦੀ ਇੱਕ ਟ੍ਰਾਂਸਫਰਮੇਸ਼ਨ ਦਾ ਇੱਕ ਮਾਹੌਲ ਆ ਇਸ ਵੇਲੇ। ਮੈਂ ਸਮਝਦਾ ਕਿ ਮੈਂ ਬਿਲਕੁਲ ਕਿਸਾਨਾਂ ਦੀ ਸਟਰਗਲ ਦੇ ਜਾਂ ਉਹਨਾਂ ਦੀ ਇਹਦੇ ਖਿਲਾਫ ਨਹੀਂ ਹਾਂ, ਆਈ ਐਮ ਵਿਦ them, ਪਰ ਮੈਂ ਇਹ ਚਾਹੁੰਦਾ
ਕਿ ਪੰਜਾਬ ਇਸ ਵੇਲੇ ਜੇ ਉਹਨਾਂ ਦੇ ਅੰਦਰ ਇੱਕ ਸੰਘਰਸ਼ ਦਾ ਮਾਹੌਲ ਬਣਿਆ ਹੋਇਆ, ਉਹ ਸੰਘਰਸ਼ ਆ ਜਿਹੜਾ ਉਹ ਇਸ ਕਿਸਮ ਦੀਆਂ ਗੱਲਾਂ ਲਈ ਨਹੀਂ ਹੋਣਾ ਚਾਹੀਦਾ, ਨਵੇਂ ਪੰਜਾਬ ਦੇ ਨਿਰਮਾਣ ਲਈ ਹੋਣਾ ਚਾਹੀਦਾ, ਜਿਹਦੇ ਲਈ ਉਹ ਕਿਵੇਂ ਪੰਜਾਬ ਦਾ ਨਵਾਂ ਨਿਰਮਾਣ ਕੀਤਾ ਜਾ ਸਕਦਾ, ਉਹਦੇ ਲਈ ਉਹ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੇ ਨਾਲ ਨੈਗੋਸ਼ੀਏਟ ਕਰਨ। ਜੀ ਨਵੀਂ ਇੱਕ ਕੋਈ ਐਸੀ ਇੱਕ ਨਵੀਂ ਸੋਚ ਪੈਦਾ ਕੀਤੀ ਜਾਵੇ, ਜਿਹੜੀ ਸੋਚ ਪੰਜਾਬ ਦੇ ਨਵ ਨਿਰਮਾਣ ਦਾ ਆਧਾਰ ਬਣ ਸਕੇ। ਔਰ ਜੀ ਇਹੋ ਜਿਹੀਆਂ ਲੜਾਈਆਂ ਦੇ ਵਿੱਚ ਪੈਣ ਦੀ ਲੋੜ ਨਹੀਂ। ਇੱਕ ਹਿੰਦੀ ਦੇ ਕਵੀ ਸੀ ਆਪਣੇ ਚੰਡੀਗੜ੍ਹ ਦੇ ਜੀ ਕੁਮਾਰ ਵਿਕਰ, ਉਹਨਾਂ ਦੀ ਜੀ ਇੱਕ ਪੋਇਮ ਆ ਕਿ ਮੈਂ ਛੋਟੀਆਂ ਛੋਟੀਆਂ ਲੜਾਈਆਂ ਦੇ ਵਿੱਚ ਇੰਨਾ ਥੱਕ ਗਿਆ ਕਿ ਕਿਸੇ ਵੱਡੀ ਲੜਾਈ ਦੇ ਕਾਬਿਲ ਹੀ ਨਹੀਂ ਰਿਹਾ। ਐਵੇਂ ਬਿਲਕੁਲ ਹਰ ਗੱਲ ਦੇ ਉੱਤੇ ਕੋਈ ਨਾ ਕੋਈ ਖੜਾ ਕਰ ਲੈਣਾ ਇਸ਼ੂ, ਇਹ ਠੀਕ ਨਹੀਂ ਹੈ। ਇੱਕ ਪੂਰੇ ਦਾ ਪੂਰਾ ਵਧੀਆ ਪ੍ਰੋਗਰਾਮ ਲਿਖਣਾ ਚਾਹੀਦਾ ਔਰ ਉਹਦੇ ਲਈ ਵੱਡੀ ਲੜਾਈ ਲੜਨੀ ਚਾਹੀਦੀ ਆ। ਉਹ ਲੜਾਈ ਕੇਂਦਰ ਸਰਕਾਰ ਨਾਲ ਵੀ ਹੋ ਸਕਦੀ ਆ, ਪੰਜਾਬ ਸਰਕਾਰ ਨਾਲ ਵੀ ਹੋ ਸਕਦੀ ਆ, ਆਪਣੇ ਆਪ ਨਾਲ ਵੀ ਹੋ ਸਕਦੀ ਆ। ਜੀ ਔਰ ਉਹ ਸੁਸਾਇਟੀ ਦੇ ਪੱਧਰ ਦੇ ਉੱਤੇ ਕਿਵੇਂ ਅਸੀਂ ਇੱਕ ਦੂਸਰੇ ਨਾਲ ਕੋਆਪਰੇਟ ਕਰਕੇ ਉਸ ਦਿਸ਼ਾ 'ਚ ਵਧਣਾ, ਇਹ ਸਾਰੀ ਸੋਚ ਵਿਚਾਰ ਦੇ ਆਧਾਰ ਤੇ। ਜੀ, ਗਰੇਵਾਲ ਸਾਹਿਬ ਬਹੁਤ ਵਧੀਆ ਤੁਹਾਡੇ ਵਿਚਾਰ ਲੱਗੇ, ਖਾਸ ਕਰਕੇ ਬਹੁਤ ਸਾਰੇ ਮੁੱਦਿਆਂ ਤੇ ਤੁਸੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਅਸਲੀਅਤ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ, ਬਹੁਤ-ਬਹੁਤ ਧੰਨਵਾਦ ਜੀ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਗਰੇਵਾਲ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਕਿ ਖੇਤੀ ਆਰਡੀਨੈਂਸ ਦੇ ਵਿੱਚ ਅਸਲੀਅਤ ਕੀ ਹੈ। ਜਿਸ ਤਰ੍ਹਾਂ ਪਹਿਲਾਂ ਦੇਖਿਆ ਕਿ ਸ਼ੰਕਾ ਸੀ ਕਿ ਐਮਐਸਪੀ ਖਤਮ ਕਰ ਦਿੱਤੀ ਗਈ ਹੈ, ਪਰੰਤੂ ਐਮਐਸਪੀ ਹੈ ਜਿਹੜੀ ਉਹ ਖਤਮ ਨਹੀਂ ਕੀਤੀ ਗਈ, ਸਗੋਂ ਬੀਤੇ ਦਿਨੀ ਭਾਰਤ ਸਰਕਾਰ ਦੇ ਵੱਲੋਂ ਖੇਤੀ ਤੇ ਐਮਐਸਪੀ ਹੈ ਜਿਹੜੀ ਕਣਕ ਤੇ ਝੋਨੇ ਦੇ 50-50 ਰੁਪਏ ਦੀ ਐਮਐਸਪੀ ਉਹਨੂੰ ਵਧਾ ਕੇ ਦਿੱਤੀ ਗਈ ਹੈ। ਪਰੰਤੂ ਹੁਣ ਫਿਰ ਅੱਜ ਸਰਕਾਰ ਨੇ ਕਿਹਾ ਕਿ 1 ਅਕਤੂਬਰ ਤੋਂ ਜਿਹੜੀ ਹੈ ਉਹ ਖਰੀਦ ਵੀ ਹੈ ਜਿਹੜੀ ਉਹ ਸ਼ੁਰੂ ਹੋ ਜੂਗੀ। ਕਿਸਾਨਾਂ ਦੀ ਜਿਹੜੀ ਪਹਿਲੀ ਸ਼ੰਕਾ ਹੈ ਉਹ ਦੂਰ ਹੋ ਜੂਗੀ ਕਿ ਐਮਐਸਪੀ ਖਤਮ ਨਹੀਂ ਕੀਤੀ ਗਈ। ਆਰਡੀਨੈਂਸ ਦੇ ਵਿੱਚ ਐਮਐਸਪੀ ਖਤਮ ਕਰਨ ਦਾ ਕਿਤੇ ਵੀ ਕੋਈ ਲਾਈਨ ਨਹੀਂ। ਦੂਸਰਾ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਬਹੁਤ ਸਾਰੇ ਵਹਿਮ ਪਾਏ ਜਾ ਰਹੇ ਆ ਕਿ ਕੰਪਨੀਆਂ ਜਿਹੜੀਆਂ ਉਹ ਕਿਸਾਨਾਂ ਦੀ ਜ਼ਮੀਨ ਨੂੰ ਹੜਪ ਲੈਣਗੀਆਂ, ਇਹ ਬਿਲਕੁਲ ਨਹੀਂ। ਤੁਸੀਂ ਖੇਤੀ ਆਰਡੀਨੈਂਸ ਪੜ੍ਹੋ, ਉਸ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਮਿਨੀਮਮ 1 ਸਾਲ ਤੇ ਵੱਧ ਤੋਂ ਵੱਧ 5 ਸਾਲ ਦਾ ਕੰਟਰੈਕਟ ਹੈ ਜਿਹੜਾ ਉਹ ਕੰਪਨੀ ਕਰ ਸਕਦੀ ਹੈ। ਕੰਪਨੀ ਚਾਹੇ ਤਾਂ ਕੰਟਰੈਕਟ ਨਹੀਂ ਤੋੜ ਸਕਦੀ, ਪਰੰਤੂ ਫਾਰਮਰ ਚਾਹੇ ਤਾਂ ਕੰਟਰੈਕਟ ਅੱਧ ਵਿਚਾਲੇ ਵੀ ਤੋੜ ਸਕਦਾ ਹੈ। ਦੂਸਰੀ ਗੱਲ, ਜਦੋਂ ਅਸੀਂ ਆਪਣੀ ਜ਼ਮੀਨ ਠੇਕੇ ਤੇ ਦਿੰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇਹੀ ਵਹਿਮ ਹੁੰਦਾ ਹੈ ਕਿ ਸਾਡੀਆਂ ਕਿਤੇ ਗਰਦੌਰੀਆਂ ਬਦਲਾ ਕੇ ਇਹ 2-3 ਸਾਲ ਬਾਅਦ ਸਾਡੀ ਜ਼ਮੀਨ ਤੇ ਪੱਕੇ ਕਾਬਜ਼ ਨਾ ਹੋ ਜਾਣ। ਪਰੰਤੂ ਇਸ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਭਾਵੇਂ ਉਹ 1 ਸਾਲ ਠੇਕੇ ਤੇ ਲਵੇ, 2 ਸਾਲ ਰਵੇ, 5 ਸਾਲ ਰਵੇ, ਗਰਦੌਰੀਆਂ ਨਹੀਂ ਬਦਲੀਆਂ ਜਾ ਸਕਦੀਆਂ। ਦੂਸਰੀ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਕੰਪਨੀਆਂ ਤੁਹਾਡੀ ਜ਼ਮੀਨ ਤੇ ਲੋਨ ਨਹੀਂ ਲੈ ਸਕਦੀਆਂ, ਪਰੰਤੂ ਜ਼ਿਮੀਂਦਾਰ ਲੋਨ ਲੈ ਸਕਦਾ ਹੈ। ਜੇ ਜ਼ਿਮੀਂਦਾਰ ਨੇ ਜ਼ਮੀਨ ਠੇਕੇ ਤੇ ਦਿੱਤੀ ਹੈ, ਉਹਨੂੰ ਅੱਧ ਵਿਚਕਾਰ ਕਿਤੇ ਵਿਆਹ ਸ਼ਾਦੀ ਲਈ, ਕਿਤੇ ਬਿਮਾਰੀ ਠਮਾਰੀ ਲਈ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਜ਼ਿਮੀਂਦਾਰ ਹੈ ਜਿਹੜਾ ਉਹ ਉਸ ਤੇ ਲੋਨ ਲੈ ਸਕਦਾ ਹੈ। ਜੇਕਰ ਸਾਡੇ ਮੰਡੀਆਂ ਦੇ ਵਿੱਚ ਬਾਹਰਲੀਆਂ ਕੰਪਨੀਆਂ ਆਉਣਗੀਆਂ, ਸਾਨੂੰ ਚੰਗੀ ਤਕਨੀਕ ਦੇਣਗੀਆਂ, ਸਾਨੂੰ ਚੰਗੀ ਸੇਧ ਦੇਣਗੀਆਂ, ਸਾਨੂੰ ਖਾਦ ਪਦਾਰਥਾਂ ਦੀ ਜਾਣਕਾਰੀ ਦੇਣਗੀਆਂ, ਸਾਨੂੰ ਚੰਗੇ ਬੀਜ ਦੇਣਗੀਆਂ, ਤਾਂ ਕੁਦਰਤੀ ਗੱਲ ਹੈ, ਸਾਰੇ ਅਸੀਂ ਸਮਝਦੇ ਹਾਂ ਕਿ ਸਾਡੀ ਪ੍ਰੋਡਕਸ਼ਨ ਹੈ ਜਿਹੜੀ ਵਧੂਗੀ। ਪ੍ਰੋਡਕਸ਼ਨ ਵਧੂਗੀ ਤਾਂ ਸਾਡੀ ਜੇਬ ਦੇ ਵਿੱਚ ਹੈ ਜਿਹੜਾ ਪੈਸਾ ਵੱਧ ਆਊਗਾ। ਤੀਸਰੀ ਜਿਹੜੀ ਗੱਲ ਉਹਨਾਂ ਨੇ ਕਿਹਾ ਕਿ ਸਰਕਾਰੀ ਮੰਡੀ ਦੀ ਫੀਸ ਹੈ ਜਿਹੜੀ ਉਹ 4% ਖਤਮ ਕਰ ਦਿੱਤੀ ਗਈ ਹੈ। ਅਸੀਂ ਕੀ ਕਰਾਂਗੇ? ਜ਼ਿਮੀਂਦਾਰ ਭਰਾਵੋ, ਮੰਡੀ ਫੀਸ ਜੇਕਰ ਖਤਮ ਹੁੰਦੀ ਹੈ ਤਾਂ ਉਸ ਦਾ ਤੁਹਾਡੀ ਜੇਬ ਤੇ ਕੋਈ ਬੋਝ ਨਹੀਂ, ਸਗੋਂ ਤੁਹਾਡੀ ਜੇਬ ਤੋਂ ਭਾਰ ਘਟੇਗਾ। ਕਿਉਂਕਿ ਜਿੰਨਾ ਪੈਸਾ ਅਸੀਂ ਦਿੰਦੇ ਹਾਂ, ਜੇ ਸਰਕਾਰ 3600-3800 ਕਰੋੜ ਰੁਪਇਆ ਸਾਲਾਨਾ ਇਕੱਠਾ ਕਰਦੀ ਹੈ ਤਾਂ ਉਹ ਸਾਡੀਆਂ ਜੇਬਾਂ 'ਚ ਜਾਂਦਾ ਹੈ, ਨਾ ਉਹ ਆੜ੍ਹਤੀਏ ਦੀ ਜੇਬ 'ਚ ਜਾਂਦਾ ਹੈ, ਨਾ ਉਹ ਸਰਕਾਰ ਦੀ ਜੇਬ 'ਚ ਜਾਂਦਾ ਹੈ। ਇਸ ਦਾ ਤੁਹਾਡੇ ਤੇ ਕੋਈ ਸਿੱਧਾ ਨੁਕਸਾਨ ਨਹੀਂ ਹੈ। ਇਸ ਲਈ ਖੇਤੀ ਆਰਡੀਨੈਂਸ ਨੂੰ ਸਮਝਣ ਦੀ ਲੋੜ ਹੈ। ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਕਿਹਾ ਕਿ ਖਾਸ ਕਰਕੇ ਯੂਥ ਨੂੰ ਪੋਜ਼ਿਟਿਵਿਟੀ ਦੀ ਲੋੜ ਹੈ, ਉਸਨੂੰ ਇਹ ਨਵੇਂ ਕਾਨੂੰਨ ਦੇ ਨਾਲ ਆਪਣਾ ਨਵ ਪੰਜਾਬ ਨਿਰਮਾਣ ਕਰਨ ਦੀ ਲੋੜ ਹੈ। ਛੋਟੀਆਂ ਲੜਾਈਆਂ ਅਸੀਂ ਛੱਡ ਕੇ ਅਸੀਂ ਆਪਣੇ ਭਵਿੱਖ ਬਾਰੇ ਸੋਚੀਏ। ਫਿਰ ਤੁਹਾਡੇ ਨਾਲ ਇੱਕ ਨਵਾਂ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਧੰਨਵਾਦ।